लेकिन बिजनेस कह रही है कि वो गलत है। आई एम एन आई विटनेस। मेरे मैनू खड़ा करके मारा गया, मेरे खड़ा करके नहीं नहीं मैनू ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ ਜਿਹੜਾ ਐਲੀਗੇਸ਼ਨ ਲਾਇਆ ਹੈ ਕਿ ਮੇਰੇ ਬੇਟੇ ਨੂੰ ਮਾਰਿਆ ਗਿਆ ਹੈ, ਮੇਰੇ ਬੇਟੇ ਨੂੰ ਮਾਰਿਆ ਗਿਆ ਤੇ ਸੰਜੇ ਪੋਪਲੀਆ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਮਾਰਿਆ ਗਿਆ। ਹਾਲਾਂਕਿ ਵਿਜੀਲੈਂਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਉਸ ਟਾਈਮ ਨਿਕਲ ਚੁੱਕੇ ਸੀ ਜਦ ਕਾਰਤਿਕ ਪੋਪਲੀ ਨੇ ਗੋਲੀ ਚਲਾਈ। ਹਾਲਾਂਕਿ 6 ਫੇਜ਼ ਤੋਂ ਇਹਨਾਂ ਨੂੰ ਹੁਣ ਲੈ ਕੇ ਜਾਇਆ ਜਾ ਰਿਹਾ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਐਕਸਕਲੂਸਿਵ ਗੱਲਬਾਤ ਜਿਹੜੀ ਹੈ ਸੰਜੇ ਪੋਪਲੀ ਨੇ ਕੀਤੀ ਹੈ ਸਾਡੇ ਨਾਲ। ਉਹਨਾਂ ਨੇ ਕਿਹਾ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਹੈ, ਕਾਰਤਿਕ ਪੋਪਲੀ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਹੈ। ਹਾਲਾਂਕਿ ਉਹ ਕਹਿੰਦੇ ਨਜ਼ਰ ਆ ਰਹੇ, ਲੇਕਿਨ ਪੁਲਿਸ ਜਿਹੜੀ ਹੈ ਉਹ ਫਟਾਫਟ ਬਚਾਉਂਦੀ ਨਜ਼ਰ ਆ ਰਹੀ ਹੈ ਤੇ ਇਹਨੂੰ ਇੱਥੋਂ ਲੈ ਕੇ ਜਾਇਆ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਰਹੇ ਹੋ ਸੰਜੇ ਪੋਪਲੀ ਦੇ ਤਸਵੀਰਾਂ ਨੇ ਜਿੱਥੇ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ। ਸੰਜੇ ਪੋਪਲੀ ਨੂੰ ਹੁਣ ਐਂਬੂਲੈਂਸ 'ਚ ਲੈ ਕੇ ਜਾਇਆ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਰਹੇ ਹੋ। ਹਾਲਾਂਕਿ ਹੁਣ ਪੁਲਿਸ ਜਿਹੜੀ ਹੈ ਉਹ ਮੈਨੂੰ ਮਾਰ ਰਹੇ ਤੇ ਵਿਲ ਕਿਲ ਮੀ। ਤਾਂ ਸੰਜੇ ਪੋਪਲੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਤੇ ਸੰਜੇ ਪੋਪਲੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੁਝੇ ਮਾਰੇ ਤੇ ਮੇਰੇ ਸਾਹਮਣੇ ਜਿਹੜਾ ਹੈ ਮੇਰੇ ਬੇਟੇ ਨੂੰ ਗੋਲੀ ਮਾਰੀ ਗਈ ਹੈ। ਉਹਨਾਂ ਵੱਲੋਂ ਨਿਊਜ਼ 18 ਤੇ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ ਮੇਰੇ ਸਾਹਮਣੇ ਮੇਰੇ ਬੇਟੇ ਨੂੰ ਗੋਲੀ ਮਾਰੀ ਗਈ ਹੈ। ਹਾਲਾਂਕਿ ਮੈਡੀਕਲ ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਅਨਫਿਟ ਸੀਗੇ ਜਿਸ ਕਰਕੇ ਉਹਨਾਂ ਨੂੰ ਇੱਥੇ ਐਡਮਿਟ ਕਰਾਇਆ ਸੀਗਾ। ਹਾਲਾਂਕਿ ਉਹ ਇੱਥੇ ਲੈ ਕੇ ਜਾਇਆ ਜਾ ਰਿਹਾ ਜਿੱਥੇ 32 ਕਿਹਾ ਜਾ ਰਿਹਾ ਕਿ 32 ਹਸਪੀਟਲ ਨੂੰ ਲੈ ਕੇ ਜਾਇਆ ਜਾ ਰਿਹਾ ਜਾਂ ਫਿਰ ਕੋਰਟ 'ਚ ਪੇਸ਼ ਕੀਤਾ ਜਾਏਗਾ। ਜੁਡੀਸ਼ੀਅਲ ਦੀ ਗੱਲ ਕੀਤੀ ਜਾ ਰਹੀ ਕਿ ਜੁਡੀਸ਼ੀਅਲ ਜਿਹੜਾ ਇਹਨਾਂ ਨੂੰ ਭੇਜਿਆ ਜਾਏਗਾ। ਮੌਲੀ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਤਾਂ ਸੰਜੇ ਪੋਪਲੀ ਨੂੰ ਹੁਣ ਮੈਡੀਕਲ ਚੈੱਕਅਪ ਦੇ ਲਈ ਮੋਹਾਲੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਅਸੀਂ ਤੁਹਾਨੂੰ ਉਹ ਸਾਰਾ ਸੀਕੁਐਂਸ ਦੁਬਾਰਾ ਫਿਰ ਦਿਖਾਉਂਦੇ ਹਾਂ। ਸਾਡੇ ਸਹਿਯੋਗੀ ਮਨੋਜ ਰਾਠੀ ਇਸ ਨੂੰ ਕਵਰ ਕਰ ਰਹੇ ਸੀ। ਸੰਜੇ ਪੋਪਲੀ ਨੂੰ ਲੈ ਕੇ ਆਂਦਾ ਗਿਆ ਸੀ ਮੋਹਾਲੀ ਦੇ 6 ਫੇਜ਼ ਹਸਪੀਟਲ ਔਰ ਜਾਣ ਲੱਗੇ ਉਹਨਾਂ ਨੇ ਇਹ ਗੱਲ ਕਹੀ ਹੈ। ਪੂਰੀ ਗੱਲਬਾਤ ਉਹਨਾਂ ਨੇ ਕੀ ਕਹੀ ਹੈ ਅਸੀਂ ਤੁਹਾਨੂੰ ਦੁਬਾਰਾ ਸੁਣਾਵਾਂਗੇ। ਜਾਣ ਲੱਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਉੱਥੇ ਮੌਜੂਦ ਸੀ ਔਰ ਮੇਰੇ ਸਾਹਮਣੇ ਮੇਰੇ ਬੇਟੇ ਨੂੰ ਮਾਰਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਮੇਰੇ ਬੇਟੇ ਨੂੰ ਮਾਰਿਆ ਗਿਆ ਹੈ। ਤੁਹਾਨੂੰ ਇੱਕ ਵਾਰੀ ਸੁਣਾਉਂਦੇ ਹਾਂ ਅਸੀਂ ਕੀ ਕੁਝ ਕਿਹਾ ਹੈ ਸੰਜੇ ਪੋਪਲੀ ਨੇ। ਮੇਰੇ ਬੇਟੇ ਨੂੰ ਮਾਰਿਆ ਗਿਆ ਤੇ ਸੰਜੇ ਪੋਪਲੀ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਮਾਰਿਆ ਗਿਆ। ਹਾਲਾਂਕਿ ਵਿਜੀਲੈਂਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਮੈਨੂੰ ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ ਜਿਹੜਾ ਐਲੀਗੇਸ਼ਨ ਲਾਇਆ ਹੈ ਕਿ ਮੇਰੇ ਬੇਟੇ ਨੂੰ ਮਾਰਿਆ ਗਿਆ ਹੈ, ਮੇਰੇ ਬੇਟੇ ਨੂੰ ਮਾਰਿਆ ਗਿਆ ਤੇ ਸੰਜੇ ਪੋਪਲੀ ਕਹਿੰਦੇ ਨਜ਼ਰ ਆ ਰਹੇ ਹਨ ਕਿ 6 ਫੇਜ਼ ਹਸਪਤਾਲ ਤੋਂ ਲੈ ਕੇ ਆਇਆ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਅੱਜ ਜਿਹੜਾ ਵੀ ਇਨਸੀਡੈਂਟ ਹੋਇਆ ਉਹਨੂੰ ਲੈ ਕੇ ਸੰਜੇ ਪੋਪਲੀ ਨੂੰ ਜਿਹੜਾ ਹੈਗਾ ਉਹ ਲੈ ਕੇ ਆਇਆ ਜਾ ਰਿਹਾ। ਹਾਲਾਂਕਿ ਅੱਜ ਜਿਹੜਾ ਵੀ ਵਿਵਾਦ ਹੋਇਆ ਉਹਨੂੰ ਲੈ ਕੇ ਅੱਜ ਇਹਨਾਂ ਨੂੰ ਮੈਡੀਕਲ ਮੈਂ ਆਈ ਵਿਟਨੈਸ ਆ, ਇਹ ਮੈਨੂੰ ਮਾਰਨ ਵਾਸਤੇ ਲੈ ਕੇ ਜਾ ਰਹੇ ਨੇ। ਲੇਕਿਨ ਬਿਜ਼ਨਸ ਕਹਿ ਰਹੀ ਹੈ ਕਿ ਉਹ ਗਲਤ ਹੈ। आई एम एन आई विटनेस। मेरे मैनू खड़ा करके मारा गया, मेरे खड़ा करके नहीं नहीं मैनू ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ ਜਿਹੜਾ ਐਲੀਗੇਸ਼ਨ ਲਾਇਆ ਹੈ ਕਿ ਮੇਰੇ ਬੇਟੇ ਨੂੰ ਮਾਰਿਆ ਗਿਆ ਹੈ, ਮੇਰੇ ਬੇਟੇ ਨੂੰ ਮਾਰਿਆ ਗਿਆ ਤੇ ਸੰਜੇ ਪੋਪਲੀ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਮਾਰਿਆ ਗਿਆ। ਹਾਲਾਂਕਿ ਵਿਜੀਲੈਂਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਉਸ ਟਾਈਮ ਨਿਕਲ ਚੁੱਕੇ ਸੀ ਜਦ ਕਾਰਤਿਕ ਪੋਪਲੀ ਨੇ ਗੋਲੀ ਚਲਾਈ। ਹਾਲਾਂਕਿ 6 ਫੇਜ਼ ਤੋਂ ਇਹਨਾਂ ਨੂੰ ਹੁਣ ਲੈ ਕੇ ਜਾਇਆ ਜਾ ਰਿਹਾ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਐਕਸਕਲੂਸਿਵ ਗੱਲਬਾਤ ਜਿਹੜੀ ਹੈ ਸੰਜੇ ਪੋਪਲੀ ਨੇ ਕੀਤੀ ਹੈ ਸਾਡੇ ਨਾਲ। ਉਹਨਾਂ ਨੇ ਕਿਹਾ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਹੈ, ਕਾਰਤਿਕ ਪੋਪਲੀ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਹੈ। ਹਾਲਾਂਕਿ ਉਹ ਕਹਿੰਦੇ ਨਜ਼ਰ ਆ ਰਹੇ, ਲੇਕਿਨ ਪੁਲਿਸ ਜਿਹੜੀ ਹੈ ਉਹ ਫਟਾਫਟ ਬਚਾਉਂਦੀ ਨਜ਼ਰ ਆ ਰਹੀ ਹੈ ਤੇ ਇਹਨੂੰ ਇੱਥੋਂ ਲੈ ਕੇ ਜਾਇਆ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਰਹੇ ਹੋ ਸੰਜੇ ਪੋਪਲੀ ਦੇ ਤਸਵੀਰਾਂ ਨੇ ਜਿੱਥੇ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ। ਸੰਜੇ ਪੋਪਲੀ ਨੂੰ ਹੁਣ ਐਂਬੂਲੈਂਸ 'ਚ ਲੈ ਕੇ ਜਾਇਆ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਰਹੇ ਹੋ। ਹਾਲਾਂਕਿ ਹੁਣ ਪੁਲਿਸ ਜਿਹੜੀ ਹੈ ਉਹ ਮੈਨੂੰ ਮਾਰ ਰਹੇ ਤੇ ਵਿਲ ਕਿਲ ਕਿ ਇਹਨਾਂ ਨੇ ਲੈ ਕੇ ਜਾ ਰਹੇ ਨੇ। ਲੇਕਿਨ ਬਿਜ਼ਨਸ ਕਹਿ ਰਹੀ ਹੈ ਕਿ ਉਹ गलत है। आई एम एन आई विटनेस। मेरे मैनू खड़ा करके मारा गया, मेरे खड़ा करके नहीं नहीं मैनू ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ ਉਹਨਾਂ ਵੱਲੋਂ ਲੇਕਿਨ ਬਿਜ਼ਨਸ ਕਹਿ ਰਹੀ ਹੈ ਕਿ ਉਹ गलत है। आई एम एन आई विटनेस। मेरे मैनू खड़ा करके मारा गया, मेरे खड़ा करके नहीं नहीं मैनू ਤਾਂ ਬਿਲकुल ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ ਲੈ ਕੇ ਜਾ ਰਹੇ ਨੇ। ਲੇਕਿਨ ਬਿਜ਼ਨਸ ਕਹਿ ਰਹੀ ਹੈ ਕਿ ਉਹ गलत है। आई एम एन आई विटनेस। मेरे मैनू खड़ा करके मारा गया, मेरे खड़ा करके नहीं नहीं मैनू ਤਾਂ ਬਿਲकुल ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ ਲੈ ਕੇ ਜਾ ਰਹੇ ਨੇ। ਲੇਕਿਨ ਬਿਜ਼ਨਸ ਕਹਿ ਰਹੀ ਹੈ ਕਿ ਉਹ गलत है। आई एम एन आई विटनेस। मेरे मैनू खड़ा करके मारा गया, मेरे खड़ा करके नहीं नहीं मैनू
ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ जिसे लेके जा रहे हैं दे आर लेकिन बिजनेस कह रही है कि वो गलत है आई एम एन आई विटनेस मेरे मैनू खड़ा करके मारा गया मेरे खड़ा करके मारे क्यों गया मारे नहीं मैनू बचे कह रही है कि वो गलत है आई एम एन आई विटनेस दे आर लेकिन बिजनेस कह रही है कि वो मारे नहीं मैनू बचे ਤਾਂ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ ਜਿਹੜਾ नहीं मैनू बचे ਤਾਂ ਬਿਲकुल ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ जिसे लेके जा रहे हैं दे आर लेकिन बिजनेस कह रही है कि वो गलत है आई एम एन आई विटनेस मेरे मैनू खड़ा करके मारा गया मेरे खड़ा करके मारे क्यों गया मारे नहीं मैनू बचे ਤਾਂ ਬਿਲकुਲ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਨੇ जिसे लेके जा रहे हैं दे आर लेकिन बिजनेस कह रही है कि वो गलत है आई एम एन आई विटनेस ਮਾਰੇ ਕਿਉਂ ਗਿਆ ਮਾਰੇ ਸੰਜੇ ਪੋਪਲੀ ਗੱਲਬਾਤ ਜਦੋਂ ਮੀਡੀਆ ਕਰਮੀਆਂ ਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਆਈ ਐਮ ਆਈ ਵਿਟਨੈਸ ਮੇਰੇ ਸਾਹਮਣੇ ਜਾਂ ਮੇਰੇ ਖੜੇ ਤੋਂ ਮਾਰਿਆ ਗਿਆ ਹੈ। ਇਹ ਗੱਲ ਸੰਜੇ ਪੋਪਲੀ ਕਹਿ ਰਹੇ ਨੇ, ਸਿੱਧੇ ਸਿੱਧੇ ਇਲਜ਼ਾਮ ਲਾ ਰਹੇ ਨੇ ਕਿ ਆਈ ਐਮ ਐਨ ਆਈ ਵਿਟਨੈਸ ਮੈਂ ਮੌਕੇ ਤੇ ਉੱਥੇ ਮੌਜੂਦ ਸੀ ਔਰ ਮੇਰੇ ਸਾਹਮਣੇ ਜਾਂ ਮੇਰੇ ਖੜੇ ਤੇ ਮਾਰਿਆ ਗਿਆ ਹੈ ਉਹਨਾਂ ਦੇ ਬੇਟੇ ਨੂੰ, ਜਿਸ ਦਾ ਉਹ ਜ਼ਿਕਰ ਕਰ ਰਹੇ ਸੀ। ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ, ਜਦੋਂ ਨਿਊਜ਼ 18 ਵੱਲੋਂ ਸਵਾਲ ਪੁੱਛਿਆ ਗਿਆ ਕਿ ਵਿਜੀਲੈਂਸ ਨੇ ਕਿਹਾ ਕਿ ਸਾਡੇ ਆਉਣ ਤੋਂ ਬਾਅਦ ਇਹ ਘਟਨਾ ਵਾਪਰੀ ਹੈ, ਪੋਪਲੀ ਕਹਿ ਰਹੇ ਨੇ ਮੈਨੂੰ ਖੜਾ ਕਰਕੇ ਮਾਰਿਆ ਗਿਆ ਮੇਰੇ ਖੜੇ ਨਾਈਟ ਵਿਟਨੈਸ ਮੇਰੇ ਖੜੇ ਤੋਂ ਮਾਰਿਆ ਗਿਆ ਹੈ ਮੇਰੇ ਬੇਟੇ ਨੂੰ। ਇਹ ਗੱਲ ਸੰਜੇ ਪੋਪਲੀ ਵੱਲੋਂ ਕਹੀ ਗਈ ਹੈ। ਵਿਜੀਲੈਂਸ ਕਹਿ ਰਹੀ ਹੈ ਅਸੀਂ ਜਦੋਂ ਆ ਗਏ ਸੀ ਉਸ ਤੋਂ ਬਾਅਦ ਇਹ ਘਟਨਾ ਹੋਇਆ ਹੈ। ਮੇਰੇ ਮੈਨੂੰ ਖੜਾ ਕਰਕੇ ਮਾਰਿਆ ਗਿਆ ਮੇਰੇ ਖੜੇ ਕਰਕੇ ਮਾਰੇ 6 ਫੇਜ਼ ਹਸਪੀਟਲ ਤੋਂ ਮਨੋਜ ਇਸ ਵੇਲੇ ਸੰਜੇ ਪੋਪਲੀ ਨੂੰ ਅਸੀਂ ਸੁਣ ਪਾ ਰਹੇ ਸੀ, ਤੁਸੀਂ ਉਹਨਾਂ ਨੇ ਗੱਲ ਕੀਤੀ ਹੈ। ਕਈ ਵਾਰੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਮਾਈਕ ਦੇ ਵਿੱਚ ਰਿਕਾਰਡ ਨਹੀਂ ਹੋ ਪਾਉਂਦੀਆਂ। ਤੁਸੀਂ ਜੋ ਗੱਲ ਉਹਨਾਂ ਨੇ ਕਹੀ ਹੈ ਸੁਣੀ ਹੋਏਗੀ। ਸਿੱਧਾ ਸਿੱਧਾ ਵਿਰੋਧਾਭਾਸ ਹੈ ਵਿਜੀਲੈਂਸ ਦੇ ਬਿਆਨਾਂ ਦੇ ਵਿੱਚ ਔਰ ਸੰਜੇ ਪੋਪਲੀ ਦੇ ਬਿਆਨਾਂ ਦੇ ਵਿੱਚ। ਕੁਲ ਵਿਜੇ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਮੇਰੇ ਸਾਹਮਣੇ ਖੜ ਕੇ ਮੇਰੇ ਬੇਟੇ ਨੂੰ ਗੋਲੀ ਮਾਰੀ, ਇੱਕ ਬਹੁਤ ਵੱਡਾ ਬਿਆਨ ਅਸੀਂ ਕਹਿ ਸਕਦੇ ਹਾਂ ਕਿ ਨਿਊਜ਼ 18 ਤੇ ਐਕਸਕਲੂਸਿਵ ਗੱਲਬਾਤ ਉਹਨਾਂ ਨੇ ਕੀਤੀ ਹੈ। ਹਾਲਾਂਕਿ ਜਿਹੜੀ ਪੁਲਿਸ ਸੀਗੀ, ਜਿਹੜੀ ਲੋਕਲ ਪੁਲਿਸ ਸੀਗੇ, ਵਿਜੀਲੈਂਸ ਦੇ ਜਿਹੜੇ ਆਫੀਸਰ ਸੀਗੇ ਉਹ ਵੀ ਮੌਜੂਦ ਸੀਗੇ, ਲੇਕਿਨ ਉਹਨਾਂ ਨੇ ਗੱਲਬਾਤ ਜਿਹੜੀ ਹੈ ਨਹੀਂ ਕਰਨ ਦਿੱਤੀ, ਲੇਕਿਨ ਉਹ ਗੱਲਬਾਤ ਕਰਨਾ ਚਾਹੁੰਦੇ ਸੀ। ਹਾਲਾਂਕਿ ਉਹਦੇ ਨਾਲ ਜਿਹੜੇ ਇੱਥੇ ਪਹੁੰਚਦੇ ਆ, ਮੈਡੀਕਲ ਵਾਸਤੇ ਪਹੁੰਚਦੇ ਆ, ਕਿਸ ਤਰ੍ਹਾਂ ਦੀ ਚੀਜ਼ਾਂ ਹੁੰਦੀ, ਸਾਡੇ ਨਾਲ ਸੀਨੀਅਰ ਡਾਕਟਰ 6 ਫੇਜ਼ ਦੇ ਡਾਕਟਰ ਚੀਮਾ ਜੀ ਤੇ ਡਾਕਟਰ ਭਗਤ ਸਿੰਘ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਆਖਿਰ ਹੋਇਆ ਕੀ ਸੀ, ਮੈਡੀਕਲ ਅਨਫਿਟ ਕਿਉਂ ਜਿਹੜਾ ਹੈਗਾ ਕਿਹਾ ਗਿਆ। ਡਾਕਟਰ ਸਾਹਿਬ, ਇਹ ਅੱਜ ਸੰਜੇ ਪੋਪਲੀ ਨੂੰ ਉੱਥੇ ਲੈ ਕੇ ਆਇਆ ਗਿਆ ਸੀਗਾ ਮੈਡੀਕਲ ਵਾਸਤੇ, ਹੋਇਆ ਕੀ ਸੀ ਆਖਿਰ? ਉਹ ਐਕਚੁਅਲੀ ਜੇ ਪਤਾ ਆਪਾਂ ਨੂੰ ਸਾਰਿਆਂ ਨੂੰ ਵੀ ਉਹਨਾਂ ਦੇ ਅੱਜ ਬੇਟੇ ਦੀ ਡੈਥ ਹੋਈ ਸੀ। ਉਹ ਘਬਰਾਏ ਹੋਏ ਬਹੁਤ ਸੀ ਔਰ ਉਹਨਾਂ ਨੇ ਟੋਟਲੀ ਅਨਕੋਆਪਰੇਟਿਵ ਸੀ। ਉਹਨਾਂ ਨੇ ਮੈਡੀਕਲ ਸਾਡੇ ਕੋਲੋਂ ਨਹੀਂ ਕਰਵਾਇਆ। ਅਸੀਂ ਬੜਾ ਜ਼ਿਆਦਾ ਕੰਸੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਅਸੀਂ ਇੱਕ ਮੈਡੀਕਲ ਬੋਰਡ ਵੀ ਗਠਨ ਕਰ ਦਿੱਤਾ ਸੀ, ਜਿਹਦੇ 'ਚ ਇੱਕ ਮੈਡੀਸਨ ਸਪੈਸ਼ਲਿਸਟ, ਇੱਕ ਸਾਈਕੈਟਰੀ ਸਪੈਸ਼ਲਿਸਟ ਸੀ ਔਰ ਇੱਕ ਸਾਡੇ EMO ਸਨ। ਪਰ ਉਹਨਾਂ ਨੇ ਸਾਡੇ ਕੋਲ ਨਾ ਕੋਈ ਇੰਜੈਕਸ਼ਨ, ਨਾ ਕੋਈ ਸਾਡੇ ਕੋਲ ਗੋਲੀ ਦਵਾਈ ਨਹੀਂ ਖਾਧੀ। ਇਸ ਕਰਕੇ ਸਾਨੂੰ ਇੱਕ ਹਾਇਰ ਸੈਂਟਰ ਵਾਸਤੇ ਸੈਕਟਰ 32 ਅਸੀਂ ਰੈਫਰ ਕੀਤਾ। ਤੇ ਸਰ ਐਡਮਿਟ ਕਰਵਾਇਆ ਡਾਕਟਰ ਸਾਹਿਬ ਭਗਤ ਸਾਹਿਬ? ਸਾਨੂੰ ਜਸਟ ਉਹਨਾਂ ਪੇਸ਼ੈਂਟ ਨਾ ਆਪਣਾ ਪੋਪਲ ਸਾਹਿਬ ਨੂੰ ਆਪਾਂ ਆਪਣੀ ਐਂਬੂਲੈਂਸ ਵਿੱਚ ਆਪਣੇ ਨਾਲ ਮੈਡੀਕਲ ਟੀਮ ਨਾਲ ਰੈਫਰ ਕੀਤਾ ਹੈਗਾ। ਜਸਟ ਹੁਣ 10 ਮਿੰਟ ਹੋਏ। ਡਾਕਟਰ ਸਾਹਿਬ, ਇੱਕ ਗੱਲ ਹੋਰ ਆ ਰਹੀ ਹੈ ਕਿ ਉਹ ਕੋਆਪਰੇਟਿਵ, ਜਿੱਦਾਂ ਤੁਸੀਂ ਵੀ ਕਿਹਾ, ਕੋਆਪਰੇਟ ਨਹੀਂ ਕੀਤਾ। ਕਿਸ ਤਰ੍ਹਾਂ ਦੀ ਕੋਈ ਅਨਫਿਟ ਵੀ ਸੀਗੀ, ਇਸ ਤਰ੍ਹਾਂ ਦੀ ਕੋਈ ਗੱਲ? ਅਨਫਿਟ ਨਹੀਂ ਆਪਾਂ ਕਹਿ ਸਕਦੇ, ਜਿਸ ਤਰ੍ਹਾਂ ਘਬਰਾਏ ਹੋਏ ਸੀ ਬਹੁਤ ਜ਼ਿਆਦਾ, ਸਾਹ ਉਹਨਾਂ ਦਾ ਔਖਾ ਆ ਰਿਹਾ ਸੀ ਐਂਡ ਹੀ ਵਾਜ਼ ਅਨਕੰਸੋਲੇਬਲ ਕਿਉਂਕਿ ਬੇਟੇ ਦੀ ਡੈਥ ਹੋਈ ਸੀ। ਉਸ ਤੇ ਅੰਡਰ ਆਬਜ਼ਰਵੇਸ਼ਨ ਤੁਸੀਂ ਰੱਖਿਆ ਹੋਇਆ ਸੀ ਇਹਨਾਂ ਨੂੰ? 2-2.5 ਘੰਟੇ ਅਸੀਂ ਅੰਡਰ ਆਬਜ਼ਰਵੇਸ਼ਨ ਰੱਖਿਆ ਔਰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਸਾਡੇ ਕੋਲੋਂ ਤੁਸੀਂ ECG ਕਰਾ ਲਓ, ਸਾਡੇ ਕੋਲ ਟੈਸਟ ਕਰਾ ਲਓ, ਸਾਡੇ ਜਿਹੜੇ ਅਸੀਂ ਕਰਨਾ ਚਾਹੁੰਦੇ, ਜਿਹੜੀ ਸਾਡੀ ਮੈਡੀਕਲ ਟੀਮ ਕਰਨਾ ਚਾਹੁੰਦੀ ਹੈ। ਪਰ ਉਹ ਨਹੀਂ ਮੰਨੇ ਇਸ ਗੱਲ ਨੂੰ ਤੇ ਅਸੀਂ ਜ਼ਬਰਦਸਤੀ ਇਹ ਕੰਮ ਨਹੀਂ ਸੀ ਕਰ ਸਕਦੇ। ਇਸ ਕਰਕੇ ਅਸੀਂ ਹਾਇਰ ਸੈਂਟਰ GMCH ਸੈਕਟਰ 32 ਸਰ ਰੈਫਰ। ਪ੍ਰੋਸੀਜਰ ਕੀ ਹੁੰਦਾ ਉੱਥੇ ਜਾ ਕੇ? ਐਡਮਿਟ ਉਹਨਾਂ ਨੂੰ ਕੀਤਾ ਜਾਏਗਾ ਕਿਸ ਤਰ੍ਹਾਂ ਦੇ, ਕਿਉਂਕਿ ਅੱਜ ਉਹਨਾਂ ਨੂੰ ਪੇਸ਼ ਕਰਨਾ ਸੀ ਅੱਜ ਉੱਥੇ ਹੋ ਸਕਦਾ ਹਾਇਰ ਸੈਂਟਰ ਹੈ, ਪ੍ਰੋਫੈਸਰ ਐਂਡ ਹੈੱਡ ਆਣਗੇ ਉੱਥੇ ਉਹਨਾਂ ਦੇ ਮੈਡੀਸਨ ਦੇ ਸੈਕਟਰੀ ਦੇ, ਉਹ ਅਸੈਸ ਕਰਨਗੇ, ਉਹਨਾਂ ਦੀ ਕੰਸੋਲ ਕਰਨਗੇ, ਰੱਖਣਗੇ ਰਾਤ ਉਹਨਾਂ ਨੂੰ ਉੱਥੇ ਮੋਸਟ ਪ੍ਰੋਬਬਲੀ। ਠੀਕ ਹੈ। ਤੇ ਸੀਨੀਅਰ ਡਾਕਟਰ ਸਾਡੇ ਨਾਲ ਵਿਜੇ ਮੌਜੂਦ ਨੇ, ਜਿਹੜੇ SMO ਨੇ, ਉਹ ਡਾਕਟਰ ਚੀਮਾ ਜੀ, ਡਾਕਟਰ ਭਗਤ ਸਿੰਘ। ਇਹ ਸਾਰੀ ਚੀਜ਼ਾਂ ਨੂੰ ਹਾਲਾਂਕਿ ਲਗਾਤਾਰ ਉਹਨਾਂ ਨੇ ਗੱਲਬਾਤ ਕੀਤੀ ਸਾਡੇ ਨਾਲ ਤੇ ਗੱਲਬਾਤ ਹੋਰ ਵੀ ਕਰਨਾ ਚਾਹੁੰਦੇ ਸੀ, ਲੇਕਿਨ ਜਿਹੜੇ ਪੁਲਿਸ ਆਫੀਸਰ ਨੇ ਉਹਨਾਂ ਨੇ ਗੱਲਬਾਤ ਨਹੀਂ ਕਰਨ ਦਿੱਤੀ। ਲੇਕਿਨ ਉਹਨਾਂ ਨੇ ਸਿੱਧੇ ਗੱਲ ਕੀਤੀ ਹੈ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਹੈ। ਵਿਜੇ, ਬਹੁਤ ਵੱਡਾ ਬਿਆਨ ਹੈ। ਹਾਲਾਂਕਿ ਦੂਜੇ ਪਾਸੇ DSP ਵਿਜੀਲੈਂਸ ਨਾਲ ਸਾਡੀ ਗੱਲਬਾਤ ਹੋਈ ਹੈ, ਅਜੇ ਕੁਮਾਰ ਨਾਲ, ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸਰ ਅਸੀਂ ਰਿਕਵਰੀ ਕਰਕੇ ਜਿਹੜਾ ਗੋਲਡ ਜਿਹੜਾ ਹੋਰ ਰਿਕਵਰ ਹੋਇਆ ਹੈ, ਸਿਲਵਰ ornaments ਜਿਹੜੇ ਰਿਕਵਰ ਹੋਏ, ਉਸ ਤੋਂ ਬਾਅਦ ਇਹ ਸਾਰਾ ਇਨਸੀਡੈਂਟ ਹੋਇਆ, ਯਾਨੀ ਕਿ ਜਿਹੜੀ ਗੋਲੀ ਵੱਜੀ ਹੈ ਸਾਡੇ ਸਾਹਮਣੇ ਨਹੀਂ ਹੋਇਆ। ਲੇਕਿਨ ਦੂਜੇ ਪਾਸੇ ਖੁਦ ਸੰਜੇ ਪੋਪਲੀ ਜਿਹੜੇ ਹਸਪੀਟਲ 'ਚ ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਰੱਖਿਆ ਗਿਆ, ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ, ਐਕਸਕਲੂਸਿਵ ਗੱਲਬਾਤ ਕੀਤੀ ਗਈ ਸਾਡੇ ਨਾਲ, ਕਿਹਾ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਹੈ ਤੇ ਮੈਨੂੰ ਵੀ ਇਹ ਮਾਰਨਾ ਚਾਹੁੰਦੇ। ਇਹ ਵੀ ਕਹਿ ਕੇ ਉਹ ਗਏ ਕਿ ਮੈਨੂੰ ਵੀ ਇਹ ਮਨ, ਹਾਲਾਂਕਿ ਮੀਡੀਆ ਤੇ ਬਿਲਕੁਲ ਅੱਗੇ ਨਹੀਂ ਲੈ ਕੇ ਜਿਹੜਾ ਹੈਗਾ ਉਹ ਕੋਸ਼ਿਸ਼ ਕੀਤੀ ਪੁਲਿਸ ਨੇ ਕਿ ਮੀਡੀਆ ਸਾਹਮਣੇ ਉਹਨਾਂ ਨੂੰ ਨਾ ਲੈ ਕੇ ਆਇਆ ਜਾਵੇ, ਲੇਕਿਨ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ
ਕਿਸ ਤਰ੍ਹਾਂ ਦੀ ਚੀਜ਼ਾਂ ਹੋਈ ਹੈ। ਸੰਜੇ ਪੋਪਲੀ ਦਾ ਜਿਹੜਾ ਹੈਗਾ ਕੀ ਕਿਸ ਤਰ੍ਹਾਂ ਦਾ ਬਿਆਨ ਹੈ। ਹਾਲਾਂਕਿ ਉਹਨਾਂ ਵੱਲੋਂ ਸਾਫ਼ ਤੌਰ ਤੇ ਤੁਸੀਂ ਵੀ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਮੇਰੇ ਸਾਹਮਣੇ ਮੇਰੇ ਬੇਟੇ ਨੂੰ ਗੋਲੀ ਮਾਰੀ ਹੈ। ਇਹ ਸਾਰੀ ਚੀਜ਼ਾਂ ਲੁਕਾਉਣ ਦੀ ਗੱਲ ਜਿਹੜੀ ਆ ਕੀਤੀ ਜਾ ਰਹੀ ਹੈ। ਵਿਜੀਲੈਂਸ ਉੱਥੇ ਮੌਜੂਦ ਸੀਗੇ ਜਿਸ ਟਾਈਮ ਇਹ ਵਾਕਿਆ ਹੋਇਆ। ਤਾਂ ਅਸੀਂ ਕਹਿ ਸਕਦੇ ਹਾਂ ਕਿ ਹੁਣ ਸਾਰਾ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈ। ਚੰਡੀਗੜ੍ਹ ਪੁਲਿਸ ਹੁਣ ਇਨਵੈਸਟੀਗੇਟ ਕਰੂਗੀ ਕਿ ਉਸ ਟਾਈਮ ਜਿਹੜੀ ਵੀ ਇਹ ਹੈਪਨਿੰਗ ਹੋਈ ਹੈ, ਜਿਹੜੀ ਵੀ ਇਹ ਵਾਰਦਾਤ ਹੋਈ ਹੈ, ਕਿ ਆਖਿਰ ਵਿਜੀਲੈਂਸ ਉੱਥੇ ਮੌਜੂਦ ਸੀ ਜਾਂ ਨਹੀਂ ਸੀ। ਕਿਉਂਕਿ ਦੂਜੇ ਪਾਸੇ ਐਸਐਸਪੀ ਚੰਡੀਗੜ੍ਹ ਕੁਲਦੀਪ ਸਿੰਘ ਚਹਿਲ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿ ਇਹ ਸੁਸਾਈਡ ਹੈਗਾ, ਯਾਨੀ ਕਾਰਤਿਕ ਪੋਪਲੀ ਨੇ ਇੱਥੇ ਜਿਹੜੀ ਰਾਈਟ ਸਾਈਡ ਤੇ ਗੋਲੀ ਵੱਜੀ, ਸਰ ਤੇ ਗੋਲੀ ਵੱਜੀ ਹੈ, ਜਿਹਦੇ ਕਰਕੇ ਜਿਹੜੀ ਉਹਦੀ ਮੌਤ ਹੋਈ ਹੈ। ਇਹ ਸੁਸਾਈਡ ਕੇਸ ਬਣਦਾ ਹੈ। ਵਿਜੇ।